ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੋ ਹਮਰੀ ਪ੍ਰਭ ਆਪਨ ਫੂਲਨ ਹਾਰ ਕਹਾਂ ਕੋ ਹੋਸੋ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ ਜੇ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਏ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਆਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਉੱਤਮ ਭਾਗ ਹਨ ਜੋ ਕਿ ਦੀਨ ਦੁਨੀ ਦੇ ਮਾਲਕ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਜੋ ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਸਤਿਗੁਰੂ ਗੁਰੂ ਅਰਜਨ ਜੀ ਦਾ ਉਚਾਰਨ ਕੀਤਾ। ਮਾਝ ਰਾਗ ਦੇ ਵਿੱਚ ਪਾਵਨ ਬਾਣੀ 12 ਮਾਹ, ਜਿਸ ਦੇ ਵਿੱਚੋਂ ਆਪ ਜੀ ਨੇ ਭਾਦੋਂ ਦੇ ਮਹੀਨੇ ਦਾ ਪਾਠ ਸਰਵਣ ਕੀਤਾ ਹੈ।
सतगुरु पातशाह जी जो महीनिਆਂ ਨੂੰ ਲੈ ਕਰਕੇ ਦਿਨਾਂ ਵਾਰਾਂ ਥਿੱਤਾਂ ਨੂੰ ਲੈ ਕਰਕੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦਾ ਭਰਮ ਪਾ ਦਿੱਤਾ ਗਿਆ, ਕਈ ਤਰ੍ਹਾਂ ਦਾ ਭੁਲੇਖਾ ਪਾ ਦਿੱਤਾ ਗਿਆ। ਸਤਿਗੁਰੂ ਜੀ ਉਸ ਦੀ ਨਿਵਰਤੀ ਕਰਦੇ ਹਨ। ਜੋ ਭਾਦਰੋਂ ਦਾ ਮਹੀਨਾ ਹੈ, ਇਹ 6ਵਾਂ ਮਹੀਨਾ ਜਿਹੜਾ ਹੈ ਆ ਜਾਂਦਾ ਹੈ। ਸਾਲ ਦੇ 12 ਮਹੀਨਿਆਂ ਦੇ ਵਿੱਚੋਂ ਇਹ 6ਵਾਂ ਮਹੀਨਾ ਹੈ। ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ। ਆਪਾਂ ਵੇਖਦੇ ਹਾਂ ਮਹੀਨਿਆਂ ਨੂੰ ਲੈ ਕੇ ਜਾਂ ਦਿਨਾਂ ਵਾਰਾਂ ਨੂੰ ਲੈ ਕੇ ਕਈ ਤਰ੍ਹਾਂ ਦਾ ਭਰਮ ਹੈ ਕਿ ਇਹ ਮਹੀਨਾ ਠੀਕ ਨਹੀਂ, ਇਹ ਦਿਨ ਠੀਕ ਨਹੀਂ ਹੈ, ਇਹ ਚੰਗਾ ਹੈ ਦਿਨ, ਇਹ ਮਾੜਾ ਹੈ, ਇਹ ਚੰਗਾ ਮਹੀਨਾ, ਇਹ ਮਾੜਾ ਮਹੀਨਾ ਹੈ। ਸਤਿਗੁਰੂ ਪਾਤਸ਼ਾਹ ਜੀ ਇਸ ਬਾਣੀ ਦੇ ਅਖੀਰ ਵਿੱਚ ਇੱਕ ਬਚਨ ਆਖਦੇ ਨੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ। ਐ ਮਨੁੱਖ ਉਸ ਮਨੁੱਖ ਵਾਸਤੇ ਸਾਰੇ ਮਹੀਨੇ, ਦਿਨ, ਵਾਰ, ਥਿੱਤ ਭਲੇ ਹਨ ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਨਜ਼ਰ ਕਰ ਦਿੰਦੇ ਹਨ। ਮਹਾ ਦਿਵਸ, ਮਹਾ ਮੈਨੇ ਮਹੀਨਾ, ਦਿਵਸ ਮੈਨੇ ਦਿਨ, ਸਾਰੇ ਮਹੀਨੇ ਸਾਰੇ ਦਿਨ। ਮਹਾ ਦਿਵਸ ਸਾਰੇ ਮਹੀਨੇ ਸਾਰੇ ਦਿਨ ਜਿਹਦੇ ਉੱਪਰ ਵਾਹਿਗੁਰੂ ਦੀ ਨਜ਼ਰ ਹੈ, ਕਿਰਪਾ ਹੈ। ਵਾਹਿਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੋਵੇਗੀ? ਉਹ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ। ਜਦੋਂ ਆਪਾਂ ਗੁਰੂ ਦੀ ਮੱਤ ਲੈ ਕੇ ਜੀਵਨ ਨੂੰ ਜੀਵਦੇ ਹਾਂ, ਨਾਮ ਜਪਦੇ ਹਾਂ, ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇਹ ਮਨੁੱਖ, ਜੇਕਰ ਤੂੰ ਚਾਹੁੰਦਾ ਤੇਰਾ ਭਲਾ ਹੋਵੇ, ਤੈਨੂੰ ਸੁੱਖ ਮਿਲੇ, ਤੂੰ ਨਰਕਾਂ ਤੋਂ ਬਚ ਜਾਵੇਂ, ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾ। ਗੁਰੂ ਤੈਨੂੰ ਵਾਹਿਗੁਰੂ ਦੇ ਨਾਮ ਦੇ ਜਹਾਜ਼ ਤੇ ਚੜਾ ਕੇ ਪਾਰ ਕਰ ਦੇਵੇਗਾ। ਗੁਰੂ ਦੇ ਨਾਲ ਹਿੱਤ ਰੱਖ, ਗੁਰੂ ਨਾਲ ਪ੍ਰੇਮ ਰੱਖ, ਗੁਰੂ ਦੇ ਚਰਨਾਂ ਨਾਲ ਜੁੜ, ਤਾਂ ਤੂੰ ਦੁੱਖਾਂ ਤੋਂ, ਨਰਕਾਂ ਤੋਂ ਬਚ ਸਕਦਾ ਹੈ। ਪਰ ਮਨੁੱਖ ਭਰਮ ਵਿੱਚ ਪੈ ਕੇ ਗੁਰੂ ਨਾਲ ਪਿਆਰ ਨਹੀਂ ਕਰਦਾ, ਸੰਸਾਰ ਨਾਲ ਪਿਆਰ ਕਰਦਾ ਹੈ। ਜਿਹੜੇ ਸੰਸਾਰ ਨਾਲ ਪਿਆਰ ਕਰਦਾ ਹੈ, ਉਹ ਸੰਸਾਰ ਇਹਦੇ ਨਾਲ ਕੀ ਵਿਹਾਰ ਕਰਦਾ ਹੈ, ਉਹ ਵੀ ਸਤਿਗੁਰੂ ਜੀ ਇਸ ਮਹੀਨੇ ਦੁਆਰਾ ਦੱਸ ਰਹੇ ਨੇ। ਜਿਨ੍ਹਾਂ ਨਾਲ ਤੂੰ ਬੜਾ ਪਿਆਰ ਕੀਤਾ, ਜਿਨ੍ਹਾਂ ਦੇ ਜੀਵਨ ਵਾਸਤੇ, ਸੁਖ ਵਾਸਤੇ ਤੂੰ ਆਪਣਾ ਜੀਵਨ ਦਾਅ ਤੇ ਲਾਤਾ, ਉਹ ਫਿਰ ਤੇਰੇ ਨਾਲ ਕੀ ਵਿਹਾਰ ਕਰਦੇ ਹਨ। ਨਾਲ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਭਾਦ ਹੋਏ ਇਸ ਮਹੀਨੇ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ। ਦੁਬਿਧਾ ਵਿੱਚ ਚੱਲਣਾ, ਦੋ ਤਰ੍ਹਾਂ ਦਾ ਪ੍ਰੇਮ ਰੱਖਣਾ, ਸੰਸਾਰ ਨੂੰ ਵੀ ਖੁਸ਼ ਕਰਨਾ ਚਾਹੁੰਦਾ ਹੈ ਔਰ ਨਿਰੰਕਾਰ ਨੂੰ ਵੀ ਮਿਲਣਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਭਾਦ ਹੋਏ ਭਰਮ ਭੁਲਾਣੀਆਂ। ਜੋ ਦ્વੈਤ ਦੇ ਪ੍ਰੇਮ ਵਿੱਚ ਦ્વੈਤ ਦੇ ਵਿੱਚ ਜੁੜਦਾ ਹੈ ਉਹ ਭਰਮ ਵਿੱਚ ਭੁੱਲਿਆ ਹੋਇਆ ਹੈ। ਆਪਣਿਆਂ ਨੂੰ ਛੱਡ ਕੇ ਬਗਾਨਿਆਂ ਨਾਲ ਪਿਆਰ ਕਰਨਾ, ਸਨੇਹ ਰੱਖਣਾ, ਇਹੀ ਭਾਦ ਹੋਏ ਹੈ। ਦੂਜਿਆਂ ਨਾਲ ਹਿੱਤ ਰੱਖਣਾ। ਮਹਾਰਾਜ ਕਹਿੰਦੇ ਮਨੁੱਖ ਭਰਮ ਵਿੱਚ ਪੈ ਗਿਆ, ਇਹਨੂੰ ਆਪਣਿਆਂ ਦੀ ਪਤਾ ਨਹੀਂ, ਪਛਾਣ ਨਹੀਂ ਰਹੀ। ਸਾਡਾ ਆਪਣਾ ਕੌਣ ਹੈ? ਵਾਹਿਗੁਰੂ ਪਰਮਾਤਮਾ। ਸਾਡਾ ਆਪਣਾ ਕੌਣ ਹੈ? ਗੁਰੂ। ਜਿਹਨੇ ਸਾਡੀ ਸਹਾਇਤਾ ਕਰਨੀ ਹੈ। ਆਪਣੇ ਨੂੰ ਛੱਡ ਕੇ ਆਪਾਂ ਹੋਰ ਪਾਸੇ ਤੁਰ ਪਏ। ਇਸੇ ਕਰਕੇ ਮਨੁੱਖ ਖੁਆਰ ਹੋ ਰਿਹਾ ਹੈ। ਭਾਦ ਹੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਜਿਹੜੀਆਂ ਜੀਵ ਇਸਤਰੀਆਂ, ਜੀਵ ਆਤਮਾਵਾਂ ਭੁੱਲ ਗਈਆਂ ਭਰਮ ਵਿੱਚ ਪੈਣ ਕਰਕੇ, ਉਹਨਾਂ ਦਾ ਦ્વੈਤ ਭਾਵ ਦੇ ਹੇਤ ਲੱਗਾ। ਭਾਵ ਉਹ ਗੁਰੂ ਨਾਲ ਨਹੀਂ ਜੁੜਦੀਆਂ, ਗੁਰੂ ਦੇ ਨਾਲ ਪ੍ਰੇਮ ਨਹੀਂ ਕਰਦੀਆਂ, ਬਾਣੀ ਦੇ ਨਾਲ ਨਹੀਂ ਜੁੜਦੀਆਂ। ਭਰਮ ਪੈ ਗਿਆ, ਭੁਲੇਖਾ ਪੈ ਗਿਆ। ਭਰਮ ਬਾਰੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਇੱਕ ਹਿਰਨ ਦਾ ਪ੍ਰਮਾਣ ਦਿੱਤਾ ਮਹਾਰਾਜ ਜੀ ਨੇ। ਕਹਿੰਦੇ ਜਿਹੜੀ ਨਾਭੀ ਕਸਤੂਰੀ, ਹਿਰਨ ਦੀ ਨਾਭੀ ਦੇ ਵਿੱਚ ਸੀ ਕਸਤੂਰੀ, ਇੱਕ ਪਦਾਰਥ ਹੁੰਦਾ ਹੈ। ਉਹ ਬੜੀਆਂ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਹੈ, ਦੇਸੀ ਦਵਾਈਆਂ ਦੇ ਵਿੱਚ ਬੜਾ ਕੰਮ ਆਉਂਦਾ ਹੈ। ਤੇ ਕਹਿੰਦੇ ਇੱਕ ਹਿਰਨ ਦਾ ਦੁਪਹਿਰ ਦਾ ਸਮਾਂ ਇੱਕ ਦਰਖਤ ਦੀ ਛਾਂ ਹੇਠਾਂ ਬੈਠਾ ਹੋਇਆ, ਸੁੱਤਾ ਹੋਇਆ। ਉਹਦਾ ਮੂੰਹ ਕਿਤੇ ਆਪਣੀ ਨਾਭੀ ਦੇ ਕੋਲ ਚਲਾ ਗਿਆ, ਨੇੜੇ ਹੋ ਗਿਆ। ਉੱਥੋਂ ਉਸ ਨੂੰ ਸੁਗੰਧੀ ਆਈ ਕਸਤੂਰੀ ਦੀ। ਕਸਤੂਰੀ ਦੀ ਸੁਗੰਧੀ ਐਸੀ ਕਿ ਉਹਦਾ ਰੋਮ ਰੋਮ ਜਿਹੜਾ ਹੈ ਸੁਚੇਤ ਹੋ ਗਿਆ। ਅੱਖਾਂ ਖੁੱਲ੍ਹ ਗਈਆਂ ਹਿਰਨ ਦੀਆਂ, ਵੇਖਿਆ ਬੜੀ ਸੋਹਣੀ ਖੁਸ਼ਬੂ ਆਈ ਹੈ। ਤੋਂ ਵੇਖਦਾ ਵੀ ਇਹ ਆਈ ਕਿੱਥੋਂ ਹੈ। ਉਹਨੂੰ ਪਤਾ ਨਹੀਂ ਲੱਗਾ। ਫਿਰ ਉਹ ਦੌੜਨ ਲੱਗ ਜਾਂਦਾ ਵੀ ਕਿੱਥੋਂ ਆ ਰਹੀ ਹੈ। ਜੰਗਲ ਵਿੱਚ ਭਟਕ ਭਟਕ ਕੇ ਖੁਆਰ ਹੋ ਕੇ ਡਿੱਗ ਪੈਂਦਾ ਹੈ, ਪਰ ਉਹ ਕਸਤੂਰੀ ਦੀ ਉਹ ਖੁਸ਼ਬੂ ਮੁੜ ਕੇ ਪ੍ਰਾਪਤ ਨਹੀਂ ਹੁੰਦੀ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਭਰਮ ਦਾ ਮੈਨੇ ਦੌੜਿਆ ਫਿਰਦਾ ਹੈ, ਭਰਮ ਵਿੱਚ ਪੈ ਕੇ ਭੱਜਿਆ ਫਿਰਦਾ ਹੈ। ਮਨੁੱਖ ਦੀ ਵੀ ਇਹੀ ਹਾਲਤ ਹੈ। ਜੋ ਪਰਮ ਆਨੰਦ ਹੈ ਉਹ ਸਾਡੇ ਹਿਰਦੇ ਦੇ ਵਿੱਚ ਹੀ ਹੈ। ਕਿਤੇ ਕਿਤੇ ਉਸ ਆਨੰਦ ਦਾ ਅੰਦਰੋਂ ਅਹਿਸਾਸ ਹੁੰਦਾ ਹੈ ਤਾਂ ਮਨੁੱਖ ਦੌੜਨ ਲੱਗ ਜਾਂਦਾ ਹੈ ਕਿ ਬਾਹਰੋਂ ਇਹ ਕੁਝ ਕਰ ਲਵਾਂ ਤਾਂ ਮੈਂ ਉਸ ਆਨੰਦ ਨੂੰ ਸਦਾ ਵਾਸਤੇ ਪ੍ਰਾਪਤ ਕਰ ਲਵਾਂਗਾ। ਕਿਤੇ ਮਨੁੱਖ ਕਹਿੰਦਾ ਮੇਰੇ ਕੋਲ ਵਧੀਆ ਘਰ ਹੋਵੇ, ਵਧੀਆ ਗੱਡੀ ਹੋਵੇ, ਵਧੀਆ ਕੱਪੜਾ ਲੀੜਾ ਹੋਵੇ, ਜ਼ਮੀਨ ਜਾਇਦਾਦ ਕਾਰੋਬਾਰ ਹੋਵੇ, ਤਾਂ ਸਾਰੀ ਉਮਰ ਦੌੜਦਾ ਰਹਿੰਦਾ ਇਹਨਾਂ ਚੀਜ਼ਾਂ ਦੇ ਪਿੱਛੇ, ਪਰ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਉਹ ਆਨੰਦ ਜਿਹੜਾ ਸਾਨੂੰ ਮਾਤ ਗਰਭ ਵਿੱਚ ਪ੍ਰਾਪਤ ਹੋ ਰਿਹਾ ਸੀ ਨਾਮ ਜਪ ਕੇ, ਉੱਥੇ ਵਾਹਿਗੁਰੂ ਨੇ ਆਪਣਾ ਸਿਮਰਨ ਦਿੱਤਾ ਹੋਇਆ ਸੀ। ਉਸ ਆਨੰਦ ਨੂੰ ਲੱਭਦਿਆਂ ਲੱਭਦਿਆਂ ਸਾਰੀ ਉਮਰ ਲੰਘ ਜਾਂਦੀ ਹੈ।
पर प्राप्ति नहीं होंदी। भाई साहब भाई गुरदास जी ने अपनी बाणी दे विच एक बचन लिखिया है, कहंदे किसी दे घर विच ना बच्चे दा जन्म होया ते वो बच्चा रोन लग पिया उची उची। अक्सर तुसीं वेखो किसी दे घर बच्चा जन्म लवे, जदों तक वो होवे ना ते लोग वधाई नहीं दिंदे, क्योंकि शक हुंदा भी बच्चा पता नहीं जीवदा है कि नहीं, कोई हरकत नहीं कर रहा। जिवें ही बच्चा जन्म लैंदा है, रुदन करता है, वधाइयां देन लग जाते हैं भी तुहाडे घर बच्चे ने जन्म लिया है। भाई साहब भाई गुरदास जी नूं पुछया गया भी महाराज तुसीं दसो बच्चा रोंदा क्यों है। डॉक्टरां नूं वैदां नूं पुछया गया, वो तां कहंदे ने भी तंदुरुस्त होण दे कारण बच्चा रोंदा है। बच्चे का जन्म होया है, बच्चा तंदुरुस्त है, बच्चा रोएगा। पर भाई गुरदास जी ब्रह्म ज्ञानी महापुरख ਹਨ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਦੱਸੋ ਬੱਚਾ ਰੋਂਦਾ ਕਿਉਂ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ ਗੱਲ ਇੱਦਾਂ ਹੈ, ਇਸ ਬੱਚੇ ਦੀ ਮਾਤ ਗਰਭ ਦੇ ਵਿੱਚ ਲਿਵ ਲੱਗੀ ਹੋਈ ਸੀ ਰੱਬ ਨਾਲ, ਤੇ ਜਿਵੇਂ ਹੀ ਇਹਦਾ ਜਨਮ ਹੋਇਆ ਉਹ ਲਿਵ ਟੁੱਟ ਗਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਛੁੱਟ ਗਈ, ਉਹ ਲਿਵ ਟੁੱਟ ਗਈ। ਉਸ ਬੱਚੇ ਨੂੰ ਅੰਦਰੋਂ ਉਸ ਸਮੇਂ ਅਹਿਸਾਸ ਹੈ ਕਿ ਮੇਰੀ ਰੱਬ ਨਾਲੋਂ ਲਿਵ ਟੁੱਟ ਗਈ ਹੈ। ਜੋ ਰਸ ਆ ਰਿਹਾ ਸੀ ਉਹਨੂੰ, ਜੋ ਆਨੰਦ ਆ ਰਿਹਾ ਸੀ ਉਹ ਟੁੱਟ ਗਿਆ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਇਹ ਸਾਰਾ ਪਰਿਵਾਰ ਤਾਂ ਹੱਸ ਹੱਸ ਕੇ ਵਧਾਈਆਂ ਦੇ ਰਹੇ ਵੀ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਹੈ, ਵਧਾਈਆਂ ਹੋਣ ਜੀ, ਵਧਾਈਆਂ ਹੋਣ। पर वो बेचारा रोंदा है बच्चा, वो रोवे दुख अपना, हस हस गावे सब परिवार। वो अपना दुख रोंदा भी मेरी रब नालों लिव टुट गई है, पता नहीं हुण कदों जुड़ेगी, कोई पता नहीं कितना समा लग जावे। लिव छुड़की लगी तृष्णा माया अमर वरताया। वाहिगुरू परमात्मा नालों लिव टुट गई ते जीव सारी उम्र उस आनंद नूं लभदा है, पर वो मिलदा नहीं जो सानू मात करवे। समाधि लगी हुई सी ना, उत्थे वेखो किन्ना खतरा है। मनुख फिर भी बच्चा उत्ता सलामत रहिंदा है। महाराज वचन करदे ने, मुख तलै पैर उपरो संदो, कौतड़ै थाए नानक सो धनी क्यों विसारियो, उधड़ै उधड़ै जिसदे नाए। बड़ा बिखम था जिथे माद गर्भ दे विच इहदी राखी हो रही थी, तां वो जीव सारी उम्र उस आनंद नूं लभदा है, वो मिलदा नहीं है। क्योंकि इहनूं भरम पै गया भी शायद बाहरों कुछ प्राप्त होवेगा। क्योंकि जिमें बच्चे की लिव टुटी जन्म होया तो वह रुदन करता है, वो मुख विच चम्मच दे नाल कोई गऊ भैंस का कोई दुध जिहड़ा थोड़ा पाया जाता है, कोई तरल पदार्थ उसके मुख विच पाया जाता है, तो उन्होंने कुछ रस आउण लग जाता है। वो हुण अंदरली बिरती नूं छड्ड के उन्होंने बाहरों महसूस होण लग पिया कि बाहरों कुछ प्राप्त होया है। जिमें जिमें वड्डा हुंदा है पदार्थ बाहरों मिलते जाते हैं, इस करके उन्होंने ये भरम पै गया कि वह आनंद भी बाहरों ही प्राप्त होवेगा। तो सारी उम्र दौड़ता रहिंदा है इस तरह ज्यों कस्तूरी मिर्ग ना जाना है भरम दा भरम भुलाया। वो मिर्ग भी सारी दिन सारी रात दौड़ता रहा भी वो खुशबू आई कितों है।
ਭਟਕ ਭਟਕ ਕੇ ਖੁਆਰ ਹੋ ਕੇ ਮਰ ਗਿਆ, ਪਰ ਉਹ ਲੱਭੀ ਨਹੀਂ ਹੈ। ਇਸੇ ਤਰ੍ਹਾਂ ਸਾਡੇ ਅੰਦਰ ਵੀ ਉਹ ਵਾਹਿਗੁਰੂ ਦੇ ਨਾਮ ਦੀ ਕਸਤੂਰੀ ਹੈ, ਪਰ ਅਸੀਂ ਵੀ ਬਾਹਰੋਂ ਲੱਭਦਿਆਂ ਵੀ ਕੋਠੀ ਮਿਲ ਗਈ ਆਨੰਦ ਆ ਜਾਏਗਾ, ਗੱਡੀ ਮਿਲ ਗਈ ਆਨੰਦ ਆ ਜਾਏਗਾ, ਇਸ ਤਰ੍ਹਾਂ ਦੇ ਪਦਾਰਥ ਹੋ ਜਾਣ ਆਨੰਦ ਬਣ ਜਾਏਗਾ। ਸਾਰੀ ਉਮਰ ਮਨੁੱਖ ਦੌੜਦਾ ਰਹਿੰਦਾ ਇਹਨਾਂ ਚੀਜ਼ਾਂ ਪਿੱਛੇ, ਪਰ ਆਨੰਦ ਪ੍ਰਾਪਤ ਨਹੀਂ ਹੁੰਦਾ। ਸਾਡੀ ਹਾਲਤ ਉਸ ਹਿਰਨ ਵਰਗੀ ਹੈ, ਸਾਡੀ ਹਾਲਤ ਉਸ ਮਿਰਗ ਵਰਗੀ ਹੈ। ਦੌੜਿਆ ਤਾਂ ਬੜਾ, ਪਰ ਪ੍ਰਾਪਤ ਕੁਝ ਵੀ ਨਹੀਂ ਹੋਇਆ। ਕਾਰਨ ਭਰਮ ਪੈ ਗਿਆ। ਚਲੋ ਉਹ ਤਾਂ ਜਾਨਵਰ ਹੈ, ਉਸ ਨੂੰ ਭਰਮ ਪੈ ਗਿਆ। ਮਨੁੱਖ ਤਾਂ ਸਮਝਦਾਰ ਹੈ, ਇਹਨੂੰ ਕਿਉਂ ਭਰਮ ਪੈ ਗਿਆ? ਇਹ ਭਰਮ ਦੀ ਨਿਵਰਤੀ ਕਿਵੇਂ ਹੋਵੇਗੀ? ਭਰਮ ਬਾਹਰੋਂ ਇਸ ਕਰਕੇ ਪੈ ਗਿਆ ਕਿਉਂਕਿ ਮਾਇਆ ਦਾ ਕੁਝ ਰਸ ਆਇਆ, ਇਹਨੂੰ ਪਦਾਰਥਾਂ ਦਾ ਰਸ ਆਇਆ ਨਾ, ਤਾਂ ਇਹਨੇ ਸੋਚਿਆ ਸ਼ਾਇਦ ਬ੍ਰਹਮਾ ਆਨੰਦ ਵੀ ਇਹਦੇ ਵਿੱਚੋਂ ਹੀ ਮਿਲ ਜਾਵੇਗਾ। ਇਸ ਕਰਕੇ ਭਰਮ ਵਿੱਚ ਪੈ ਕੇ ਇਹਨਾਂ ਦੇ ਪਿੱਛੇ ਦੌੜਨ ਲੱਗ ਪਿਆ, ਸ਼ਾਇਦ ਇਹਨਾਂ ਵਿੱਚੋਂ ਹੀ ਮੈਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਹੋ ਜਾਵੇਗੀ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ ਉਹ ਪ੍ਰਾਪਤੀ ਨਹੀਂ ਹੁੰਦੀ, ਤਾਂ ਭਰਮ ਵਿੱਚ ਪੈ ਕੇ ਖੁਆਰ ਹੋ ਕੇ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਨੇ, ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ। ਭਰਮ ਵਿੱਚ ਪੈ ਕੇ ਜੀਵ ਆਤਮਾ ਭੁੱਲ ਗਈ ਹੈ। ਇਹਦੀ ਨਿਸ਼ਾਨੀ ਕੀ ਹੈ? ਭੁੱਲੇ ਹੋਏ ਦੀ ਨਿਸ਼ਾਨੀ ਕੀ ਹੈ? ਦੂਜੈ ਲੱਗਾ ਹੇਤ। ਆਪਣੇ ਮਾਲਕ ਖਸਮ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇ ਵਿੱਚ ਹੇਤ ਲੱਗ ਗਿਆ। ਇਹ ਹੀ ਭਰਮ ਹੈ। ਇਹੀ ਭਰਮ ਦੇ ਵਿੱਚ ਪੈ ਕੇ ਜੀ ਭੁੱਲ ਗਿਆ, ਆਪਣੇ ਨੂੰ ਛੱਡ ਕੇ ਇਹ ਹੋਰ ਪਾਸੇ ਤੁਰ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਨੂੰ ਬਹੁਤ ਸਮਝਾਇਆ ਹੈ, ਤੇਰਾ ਆਪਣਾ ਕੌਣ ਹੈ, ਤੇਰਾ ਅਸਲ ਮਿੱਤਰ ਕੌਣ ਹੈ। ਸਾਡਾ ਆਪਣਾ ਹੈ ਵਾਹਿਗੁਰੂ ਨਿਰੰਕਾਰ ਗੁਰੂ ਪਾਤਸ਼ਾਹ ਜੀ। ਪਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜਿਹੜਾ ਆਪਣਾ ਹੈ ਉਹਨੂੰ ਬਗਾਨਾ ਸਮਝ ਲਿਆ। ਅੱਜ ਨਾ ਸੰਸਾਰ ਦੀ ਹਾਲਤ ਇਹ ਹੈ ਕਿ ਆਪਣਿਆਂ ਨੂੰ ਛੱਡ ਕੇ ਬਗਾਨਿਆਂ ਨਾਲ ਮਨੁੱਖ ਜ਼ਿਆਦਾ ਵਰਤ ਰਿਹਾ ਹੈ। ਆਪਣਿਆਂ ਦੀ ਕਦਰੋ ਕੀਮਤ ਨਹੀਂ ਰਹੀ, ਬਗਾਨਿਆਂ ਦੇ ਨਾਲ ਇਹਦਾ ਜ਼ਿਆਦਾ ਤੇ ਉਹ ਮੁਹੱਬਤ ਹੋ ਗਿਆ। ਪਰ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਖੁਆਰ ਹੋਵੇਗਾ। ਸਤਿਗੁਰੂ ਜੀ ਦੇ ਪਾਵਨ ਬਾਣੀ ਵਿੱਚ ਬੜੇ ਸੁੰਦਰ ਵਚਨ ਆਉਂਦੇ ਨੇ, ਮਹਾ ਮਾਇਆ ਤਾਂ ਕੀ ਹੈ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇਕ ਰਾਮ ਪਰਾਇਆ। ਵਾਹਿਗੁਰੂ ਪਰਮਾਤਮਾ ਦੀ ਇਹ ਜਿਹੜੀ ਮਾਇਆ ਹੈ ਨਾ, ਇਹਦੀ ਛਾਇਆ ਬੜੀ ਸੰਘਣੀ ਹੈ, ਇਹਦੇ ਵਿੱਚ ਜੀਵ ਆ ਕੇ ਫਸ ਜਾਂਦਾ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇਕ ਰਾਮ ਪਰਾਇਆ। ਇਹ ਜਿਹੜੇ ਰਾਹੀ ਮਿਲੇ ਸਨ, ਇਸਤਰੀ ਪੁੱਤਰ ਪਰਿਵਾਰ ਪਦਾਰਥ, ਉਹਨਾਂ ਨੂੰ ਆਪਣਾ ਸਮਝ ਲਿਆ। ਅਸਲ ਵਿੱਚ ਉਹ ਆਪਣੇ ਨਹੀਂ ਸਨ। ਉਹ ਤਾਂ ਇਸ ਤਰ੍ਹਾਂ ਜਿਵੇਂ ਰਸਤੇ ਵਿੱਚ ਜਾਂਦਿਆਂ ਤੁਹਾਨੂੰ ਕੋਈ ਤੁਹਾਡੀ ਹਮ ਉਮਰ ਦਾ ਕੋਈ ਸਾਥੀ ਮਿਲ ਜਾਵੇ, ਜਾਂ ਕੋਈ ਤੁਹਾਡੇ ਤੋਂ ਛੋਟਾ ਕੋਈ ਬੱਚਾ ਤੁਹਾਡੇ ਨਾਲ ਬੈਠਾ ਹੈ, ਜਾਂ ਕੋਈ ਬਜ਼ੁਰਗ ਬੈਠਾ ਹੈ, ਉਹਦੇ ਨਾਲ ਗੱਲਬਾਤ ਕਰਕੇ ਉਹਦੇ ਨਾਲ ਪ੍ਰੇਮ ਜਿਹਾ ਬਣ ਗਿਆ, ਗੱਲਾਂ ਬਾਤਾਂ ਕਰਦਿਆਂ ਪਰ ਉਹ ਮਹਾਰਾਜ ਕਹਿੰਦੇ ਉਹ ਤੇਰੇ ਅਸਲ ਨਹੀਂ ਹਨ, ਉਹ ਤਾਂ ਤੇਰੇ ਰਾਹੀ ਹਨ, ਸਾਥੀ ਹਨ, ਤੇਰੇ ਨਾਲ ਵਕਤੀ ਤੌਰ 'ਤੇ ਜੁੜੇ ਹਨ। ਅਸਲ ਤੇਰਾ ਸਾਥੀ ਅਸਲ ਕੁਝ ਹੋਰ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪਰਿਵਾਰ ਹੈ, ਪਦਾਰਥ ਹੈ, ਇਹ ਸਾਡੇ ਮੁਸਾਫਰ ਹਨ, ਸਾਥੀ ਹਨ, ਰਾਹੀ ਹਨ।
साडा असली मित्र है अकाल पुरख वाहिगुरू निरंकार। पर उस नूं जाणिया नहीं, उन्हों तो बगाना समझ लिया। सब कुछ अपना एक राम पराया। आपां जदों पुत्तर नूं याद करदे हां, कहंदे मेरा पुत्त, मेरी धी, मेरी इस्त्री, मेरी माँ, मेरा प्यो, मेरी कोठी, मेरी कार, कहंदे आ ना। जदों बाणी पढ़दे आ नहीं कहंदे मेरा गुरु, मेरा रब। कहंदे चलो रब की बाणी पढ़ ली, गुरु की बाणी पढ़ ली, मेरा समझ के नहीं पढ़ते। जे पढ़ते भी आ ना कि ये तो मेरे अपने गुरु की बाणी है, जिहड़ा मेरा असल अपना है। जो आप मेरा करके याद करते हैं, किन्ना अंदर प्यार बनता है। धी नूं, पुत्त नूं, इस्त्री नूं, परिवार नूं याद करते हैं ना, मेरा कहने उहदे नाल ही एक भाव बन जाता है। जो आप गुरु नूं अपना करके नहीं पढ़ते, याद करते, गुरु नूं अपना करके नहीं बाणी पढ़ते। जिवें परिवार का कोई कारज करना होवे, कहंदे आ ये मेरे धी का कारज, मेरे पुੱਤ का, मेरे परिवार का ਉਹਦਾ कारज है। उस कारज नूं करन लगिया साडा मन किन्ना टका दे विच हुंदा है, किन्ना सहज विच हुंदा। जदों आपां अपने परिवार का कोई कारज करते हैं ना, बड़ा सहज विच हुंदे आ भी अपने परिवारक मैंबर का एक कारज है। गुरु की बाणी पढ़नी साढ़े कोल सहज नहीं रहा, क्योंकि गुरु नूं अजे अपना मन्निया ही नहीं है। जो अपना समझ के बाणी पढ़ांगे, रस कुछ होर होवेगा, आनंद कुछ होर होवेगा। आपां बच्चियां वास्ते बस्तर लैण जांदे हन, उदों भी एक भाव बनता है। उन्हां वास्ते कोई चीज़ आपां खरीदते हैं तो किन्ना भाव बनता है। वधिया तो वधिया कहते बस्तर लैके जाने, तो वो पैसे ला के कदे आपां उन्हां दी गिनती भी नहीं करते। पर जो आपां गुरु वाले पासे सेवा करनी होई, फिर आपां गिनती च पै जाते हैं। फिर कहने चलो कोई गल नहीं, सार दो, इन्ने नाल ही सर जाए। तो महाराज सच्चे पातशाह जी कहते जिहड़ा अपना सी उहनूं अपना मन्निया ही नहीं है। भादोए भरम भुलाणियां दूजे लगा हेत। अपने नूं छड्ड के दूजे विच हेत लग गया, संसार विच हेत लग गया। वाह गुरु नूं छड्ड के, रब नूं छड्ड के देवी देवतियां विच हेत लग गया। सारी जिन्नी भी दुनिया की मनुखता है, सारियां दा करता इको अकाल पुरख वाहिगुरू है। इस करके सारियां ने रब नाल जुड़ना है। देवी देवते पीर पैगंबर माड़े नहीं हैं, वो अपनी थां ते ठीक हैं। पर असी जुड़ना किहदे नाल है? अकाल पुरख वाहिगुरू दे नाल, परमेश्वर दे नाम नाल जुड़ना है। तो पातशाह कहंदे भरम पै गया, भरम करके जीव ने अपने नूं संदेही नहीं पछाणिया। भरम की बहुत वड्डी व्याख्या भाई भगत रविदास जी ने अपनी बाणी दे विच कीती। कहंदे जदों भरम पै जावे ना, भरम की है उन्होंने अपनी बाणी विच दसिया है। माधवे क्या कही है, भरम ऐसा जैसा मानीए होए ना तैसा। गुरबाणी ही गुरबाणी की व्याख्या करती है। भरम की है, जे आपां नूं कोई पूछे भरम बारे दसो तो भगत रविदास जी कहते माधवे क्या कही है, भरम ऐसा जैसा मानीए होए ना तैसा। भरम सानू सत नालों तोड़ देंदा है कि जिहड़ी चीज़ नूं असीं सत मान लैंदे आ वो असल विच सच हुंदी नहीं है। यही भरम की डेफिनेशन है, यही भरम की व्याख्या है कि जो सत है उहदे नालों सानू तोड़ दिता, असत दे नाल जोड़ दिता। भरम यही पै गया। ते जदों ऐसा भरम पिया, जीव ने अपने असल नूं छड्ड के, वाहिगुरू नूं छड्ड के दूजे लगा हेत। द्वैत भाव दे विच इहदा हेत लगा।
ਜਦੋਂ ਮਨੁੱਖ ਦੇ ਅੰਦਰ ਦਵੈਤ ਹੋਵੇ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ। ਉਹ ਲੱਖਾਂ ਹੀ ਜਪ ਤਪ ਰੂਪੀ ਸ਼ਿੰਗਾਰ ਕਰੇ, ਉਹ ਕਿਸੇ ਕੰਮ ਨਹੀਂ ਆਉਂਦੇ ਹਨ। ਜੋ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਪਰ ਪੁਰਖ ਦੇ ਸੰਗ ਕਰ ਲਵੇ, ਉਹ ਕਿੰਨੇ ਵੀ ਸ਼ਿੰਗਾਰ ਬਣਾਵੇ, ਉਹ ਫਿਰ ਦੁਨੀਆ ਵਿੱਚ ਪ੍ਰਮਾਣਿਕ ਨਹੀਂ ਹੁੰਦੀ। ਦੁਨੀਆ ਉਸ ਨੂੰ, ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ ਕਿ ਬਿਨ ਸ਼ਬਦੈ ਸੁਧ ਨ ਹੋਵੀ, ਜੇ ਅਨੇਕ ਕਰੇ ਸ਼ਿੰਗਾਰ, ਫਿਰ ਕੀ ਸਾਰ ਨ ਜਾਣੀ, ਦੂਜੈ ਭਾਏ ਪਿਆਰ, ਸਾਖ ਸੁਧ ਸਾਖ ਲਖਣੀ, ਨਾਨਕ ਨਾਰੀ ਵਿੱਚ ਖੁਨਾਰ। ਜੇਕਰ ਆਪਣੇ ਪਤੀ ਦੀ ਕਦਰ ਨਹੀਂ ਕੀਤੀ, ਉਹਦੇ ਰੁਤਬੇ ਨੂੰ ਠੇਸ ਪਹੁੰਚਾਈ, ਉਹਦੇ ਸਤਿਕਾਰ ਨੂੰ ਠੇਸ ਨਾ ਪਹੁੰਚਾਈ, ਤਾਂ ਮਹਾਰਾਜ ਕਹਿੰਦੇ ਉਹ ਪਰ ਪੁਰਖ ਦਾ ਸੰਗ ਕਰ ਲਿਆ। ਜਦੋਂ ਉਹ ਇਸ ਤਰ੍ਹਾਂ ਕਰ ਲਿਆ ਤੇ ਜਿੰਨੇ ਮਰਜ਼ੀ ਸ਼ਿੰਗਾਰ ਕਰੀ ਜਾਵੇ, ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾਵੇ, ਜੋ ਮਰਜ਼ੀ ਕਰੇ, ਉਹ ਕਿਸੇ ਕੰਮ ਨਹੀਂ ਹਨ। ਉਹ ਉਹਦੇ ਉਸ ਜੀਵਨ ਦੇ ਵਿੱਚੋਂ ਬੁਰੇ ਕਰਮ ਨੂੰ ਸਾਫ਼ ਨਹੀਂ ਕਰ ਸਕਦੇ, ਉਸ ਦਾਗ ਨੂੰ ਨਿਰਮਲ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜੇ ਰੱਬ ਨੂੰ ਛੱਡ ਕੇ ਮਨੁੱਖ ਵਾਹਿਗੁਰੂ ਨੂੰ ਛੱਡ ਕੇ ਇੱਕ ਪਾਸੇ, ਇਹ ਆਪਾਂ ਵੇਖਦੇ ਹਾਂ, ਭਾਵੇਂ ਅਸੀਂ ਆਪਾਂ ਅੰਮ੍ਰਿਤ ਵੀ ਛਕ ਲਿਆ ਹੈ, ਕਈਆਂ ਨੇ ਅੰਮ੍ਰਿਤ ਛਕ ਕੇ ਉਹ ਪੀਰਾਂ ਦੀ ਕਬਰ 'ਤੇ ਵੀ ਮੱਥਾ ਟੇਕੀ ਜਾਂਦੇ ਨੇ ਜਾ ਕੇ, ਉਹ ਧਾਗੇ ਵੀ ਹੱਥਾਂ 'ਤੇ ਬੰਨ੍ਹੀ ਬੈਠੇ ਨੇ, ਕਈਆਂ ਨੇ ਪੈਰਾਂ ਨੂੰ ਧਾਗੇ ਬੰਨ੍ਹੇ ਹੋਏ ਨੇ, ਅਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਫ ਬਾਣੀ ਵਿੱਚ ਕਹਿ ਦਿੱਤਾ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨਾ ਮਾਨੈ। ਕਿ ਜਿਹੜਾ ਮੇਰਾ ਖਾਲਸਾ ਹੈ ਉਹ ਸਿੱਧਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੈ, ਔਰ ਉਹਦੀ ਨਿਸ਼ਾਨੀ ਹੈ ਉਹ ਇਸ ਤਰ੍ਹਾਂ ਦੇ ਕਰਮ ਨਹੀਂ ਕਰਦਾ। ਰੰਚਕ ਮਾਤਰ ਵੀ ਜਾਗਤ ਜੋਤ ਜਪੈ ਨਿਸ ਬਾਸਰ, ਨਿਸ ਰਾਤ ਨੂੰ ਕਹਿੰਦੇ ਨੇ, ਬਾਸਰ ਦਿਨ ਨੂੰ ਕਹਿੰਦੇ ਨੇ। ਦਿਨ ਰਾਤ ਉਹਨੇ ਆਰਾਧਨਾ ਅਕਾਲ ਪੁਰਖ ਦੀ ਕਰਨੀ ਹੈ। ਏਕ ਬਿਨਾ ਮਨ ਨੈਕ ਨਾਨੈ, ਨੈਕ ਕਹਿੰਦੇ ਨੇ ਰੰਚਕ ਮਾਤਰ ਵੀ, ਫੁਰਨਾ ਵੀ ਪੈਦਾ ਨਹੀਂ ਹੁੰਦਾ। ਪਰ ਆਪਾਂ ਵੇਖਦੇ ਹਾਂ, ਤੁਸੀਂ ਪੰਜਾਬ ਦੀ ਧਰਤੀ 'ਤੇ ਖਾਸ ਕਰਕੇ ਮੁਸਲਮਾਨ ਜਿਹੜੇ ਕਲਾਮਾਂ ਪੜ੍ਹਦੇ ਨੇ, ਉਹਨਾਂ ਦੇ ਕੋਲ ਬਹੁਤੇ ਜਾਣ ਵਾਲੇ ਪੰਜਾਬੀ ਨੇ, ਸਿੱਖ ਹਨ। ਉਹਨਾਂ ਕੋਲ ਮੁਸਲਮਾਨ ਨਹੀਂ ਆਉਂਦੇ ਕਦੇ ਵੀ। ਤੁਸੀਂ ਦੇਖਣਾ ਜਿਹੜੇ ਮੁਸਲਮਾਨ ਇਸ ਤਰ੍ਹਾਂ ਦੇ ਦਾਅਵੇ ਕਰਦੇ ਨੇ, ਕੋਈ ਮੀਆਂ ਹਾਫਜ਼ ਬਣਿਆ, ਕੋਈ ਕੁਝ ਬਣਿਆ, ਉਹ ਕਹਿੰਦਾ ਮੈਂ ਤੁਹਾਡਾ 24 ਘੰਟਿਆਂ ਵਿੱਚ ਇਹ ਕਾਰਜ ਰਾਸ ਕਰ ਦਾਂਗਾ, ਕੋਈ ਕੁਝ ਕਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਬ੍ਰਾਹਮਣ ਹਨ ਉਹ ਵੀ ਬੜੇ ਦਾਅਵੇ ਕਰਦੇ ਨੇ। ਇਹ ਜਿੰਨੇ ਵੀ ਦਾਅਵੇ ਕਰਨ ਵਾਲੇ ਲੋਕ ਨੇ, ਇੱਕ ਗੱਲ ਨੋਟ ਕਰਨੀ ਤੁਸੀਂ, ਕਿਉਂਕਿ ਸਾਨੂੰ ਸਤਿਗੁਰੂ ਨੇ ਬਾਣੀ ਵਿੱਚ ਸਮਝਾ ਦਿੱਤਾ ਆਪਾਂ ਨੂੰ। ਉਹ ਕਹਿੰਦੇ ਨੇ ਵੀ ਅਸੀਂ ਇਹ ਕੁਝ ਕਰ ਦਾਂਗੇ ਅਤੇ ਤੁਹਾਡੇ ਤੋਂ ਇਹ ਖਤਰਾ ਟਲ ਜਾਵੇਗਾ। ਜੇਕਰ ਇੰਨੇ ਹੀ ਸਿਆਣੇ ਸ਼ਕਤੀ ਰੱਖਦੇ ਨੇ ਜਾਂ ਇੰਨੀ ਉਹਨਾਂ ਨੂੰ ਡੂੰਘੀ ਸਮਝ ਹੈ, ਇਹ ਕਰੋਨਾ ਵਰਗੀ ਮਹਾਂਮਾਰੀ ਆਈ, ਕਿਸੇ ਮੌਲਵੀ ਨੇ, ਕਿਸੇ ਪੰਡਤ ਨੇ ਭਵਿੱਖਬਾਣੀ ਕੀਤੀ ਹੀ ਨਹੀਂ। ਕਿੰਨੇ ਪੰਡਤ ਬ੍ਰਾਹਮਣ ਬੈਠੇ ਨੇ ਟੀਵੀ ਚੈਨਲਾਂ 'ਤੇ, ਉਹ ਬੜੀ ਭਵਿੱਖਬਾਣੀ ਕਰਦੇ ਨੇ, ਸਾਲ ਦੀ, 2 ਸਾਲ ਦੀ, ਕਿੰਨੇ ਸਾਲਾਂ ਦੀ ਉਹ ਭਵਿੱਖਬਾਣੀ ਕਰ ਦਿੰਦੇ ਨੇ ਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਆਵੇਗਾ। ਪਰ ਇਹ ਜਿਹੜੀ ਕਰੋਨਾ ਵਰਗੀ ਮਹਾਂਮਾਰੀ ਆਈ, ਕਿਸੇ ਨੇ ਭਵਿੱਖਬਾਣੀ ਕੀਤੀ ਨਹੀਂ ਵੀ ਇੱਦਾਂ ਹੋਵੇਗਾ। ਜਾਂ ਸੁਨਾਮੀ ਲਹਿਰਾਂ ਜਦੋਂ ਆਈਆਂ, ਉਦੋਂ ਵੀ ਕਿਸੇ ਨੇ ਭਵਿੱਖਬਾਣੀ ਨਹੀਂ ਕੀਤੀ ਵੀ ਇੱਦਾਂ ਹੋਵੇਗਾ। ਭਾਵ ਇਹ ਸਾਰੇ ਫਰੋਡ ਹਨ। ਇਹ ਲੁੱਟਣ ਦਾ, ਠੱਗਣ ਦਾ ਢੰਗ ਹੈ। ਲੋਕਾਂ ਨੂੰ ਭਰਮ ਵਿੱਚ ਪਾ ਕੇ ਲੁੱਟ ਲੈਣਾ, ਠੱਗ ਲੈਣਾ, ਅਤੇ ਦੁਨੀਆ ਲਟੀਂਦੀ ਹੈ, ਉਸ ਪਾਸੇ ਜਾਂਦੀ ਹੈ। ਅਸਲ ਵਿੱਚ ਇਹ ਭਰਮ ਜਾਲ ਵਿੱਚ ਗੱਲਾਂ ਬਣਾ ਕੇ ਅਤੇ ਫਿਰ ਲੁੱਟਿਆ ਜਾਂਦਾ ਹੈ।
सतगुरु ने सुचेत करता खालसे नूं तुसीं इस तरह का कर्म नहीं करना, क्योंकि बाणी विच वार वार महाराज ने कहा है करण कारण प्रभ एक है दूसर ना है कोई। सारा कुछ करन वाला परमात्मा है। जेकर इन्हां दे मंत्रां नाल किसी का घर उजड़दा होवे, ये तां किसी भी मंत्री नूं राजगद्दी ते ना बैठण देण। ਆਪਾਂ ਵੇਖੋ पढ़े लिखे ਜਿਹੜੇ लोग मंत्री मुख मंत्री ये भी ਜਾਂਦੇ ਨੇ ਇਹਨਾਂ ਕੋਲ, ਇਹਨਾਂ ਨੂੰ ਵੀ ਭਰਮ ਹੈ। ਭਾਵੇਂ ਤਾਂ ਬਖਸ਼ਿਸ਼ ਰੱਬ ਵੱਲੋਂ ਹੁੰਦੀ ਹੈ, ਇਹਨਾਂ ਨੂੰ ਇਹ ਚੀਜ਼ ਮਿਲ ਜਾਂਦੀ ਕੋਈ ਪਿਛਲਾ ਦਾਨ ਪੁੰਨ ਕੀਤਾ। ਕਿਉਂਕਿ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਬਾਣੀ ਵਿੱਚ ਲਿਖਿਆ ਸਹਿ ਸਕ੍ਰਿਤੀ ਵਿੱਚ ਦਾਨੰਗ ਪਰਾ ਪੂਰਬੇਨ ਧੰਤੇ ਮਹੀਪਤੇ। ਇਹ ਕਿਸੇ ਨੂੰ ਜੇ ਕੁਝ ਮਿਲਿਆ ਹੈ ਪਿਛਲਾ ਦਾਨ ਕੀਤਾ ਹੋਇਆ ਹੈ, ਦਾਨੰਗ ਪਰਾ ਪੂਰਬੇਨ ਧੰਤੇ ਮਹੀਪਤੇ ਪਿਛਲਾ ਦਾਨ ਪੁੰਨ ਕੀਤਾ ਹੈ। ਜੇਕਰ ਇਹਨਾਂ ਦੇ ਮੰਤਰਾਂ ਨਾਲ ਲੋਕ ਅਮੀਰ ਹੁੰਦੇ ਹੋਣ, ਪਾਕਿਸਤਾਨ ਤਾਂ ਸਾਰਾ ਹੈ ਹੀ ਮੁਸਲਮਾਨਾਂ ਦਾ, ਉੱਥੇ ਤਾਂ ਕੋਈ ਗਰੀਬ ਹੋਵੇ ਹੀ ਨਾ। ਫਿਰ ਜੇ ਮੰਤਰਾਂ ਨਾਲ ਇਹਨਾਂ ਦੀਆਂ ਕਲਾਮਾਂ ਨਾਲ ਹੀ ਲੋਕ ਅਮੀਰ ਹੁੰਦੇ ਹੋਣ, ਕਾਰੋਬਾਰ ਚੱਲਦੇ ਹੋਣ, ਤੇ ਆਪਣੇ ਹਿੰਦੁਸਤਾਨ ਵਿੱਚ ਕਿਹੜਾ ਇੱਥੇ ਕਿਹੜਾ ਗਰੀਬੀ ਘੱਟ ਹੈ। ਤੋ ਇਸ ਤਰ੍ਹਾਂ ਇਹ ਲੋਕ ਲੁੱਟਦੇ ਨੇ। ਮਹਾਰਾਜ ਨੇ ਸੁਚੇਤ ਕਰਤਾ, ਹਾਂ ਤੇਰੇ ਕਾਰੋਬਾਰ ਵਿੱਚ ਵਾਧਾ ਪੈ ਸਕਦਾ, ਬਰਕਤਾਂ ਹੋ ਸਕਦੀਆਂ ਨੇ, ਲਹਿਰਾਂ ਬਹਿਰਾਂ ਹੋ ਸਕਦੀਆਂ ਨੇ ਜੇ ਰੱਬ ਨਾਲ ਜੁੜ ਜਾਵੇ। ਉਹ ਕਰ ਸਕਦਾ ਹੈ। ਉਹ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਕਰਾਵੈ। ਉਹ ਕਰ ਦਿੰਦਾ ਹੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਕਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਇਸ ਕਰਕੇ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ। ਪਰ ਜੀਵ ਭਰਮ ਵਿੱਚ ਪੈ ਕੇ ਹੋਰ ਬੜੇ ਲੱਖ ਸ਼ਿੰਗਾਰ ਬਣਾਇਆ, ਲੱਖਾਂ ਤਰ੍ਹਾਂ ਦੇ ਸ਼ਿੰਗਾਰ ਇਹਨੇ ਕੀਤੇ। ਤੀਰਥਾਂ 'ਤੇ ਗਿਆ, ਦਾਨ ਪੁੰਨ, ਰੱਬ ਨੂੰ ਭੁਲਾ ਕੇ ਇਸ ਤਰ੍ਹਾਂ ਦੇ ਜਿੰਨੇ ਮਰਜ਼ੀ ਕਰਮ ਕਰੀ ਜਾਵੇ। ਇਹ ਜਿਹੜੇ ਕਰਮ ਨੇ ਇਹ ਲੁੱਟ ਲਏ ਜਾਂਦੇ ਨੇ। ਕਰਮ ਧਰਮ ਪਖੰਡ ਜੋ ਦਿਸਦਾ ਤਿਨ ਜਮ ਜਾਗਾਤੀ ਲੂਟੈ। ਕਹਿੰਦੇ ਨੇ ਜਦੋਂ ਜੰਮ ਲੈ ਕੇ ਜਾਂਦੇ ਨੇ ਨਾ ਜੀਵ ਨੂੰ, ਰਸਤੇ ਵਿੱਚ ਇਹਨੂੰ ਭੁੱਖ ਲੱਗਦੀ ਹੈ, ਇਹ ਮੰਗਦਾ ਹੈ ਕੁਝ ਉਹਨਾਂ ਕੋਲੋਂ, ਤਾਂ ਉਹ ਕਹਿੰਦੇ ਵੀ ਜਿਹੜਾ ਤੂੰ ਦਾਨ ਪੁੰਨ ਕੀਤਾ ਉਹ ਸਾਨੂੰ ਕੁਝ ਦੇ, ਉਹਦੇ ਬਦਲੇ ਤੈਨੂੰ ਕੁਝ ਮਿਲੇਗਾ। ਤਾਂ ਇਹ ਆਪਣੇ ਦਾਨ ਚੰਗੇ ਕੀਤੇ ਕਰਮਾਂ ਵਿੱਚ ਕੁਝ ਦਿੰਦੇ ਨੂੰ ਕੁਝ ਉੱਥੇ ਕਹਿੰਦੇ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਸਿਰੇ ਜਾਂਦਿਆਂ ਤੱਕ ਕਹਿੰਦੇ ਸਾਰਾ ਕੁਝ ਇਹਦਾ ਲੁੱਟਿਆ ਜਾਂਦਾ। ਜਿੰਨੇ ਵੀ ਇਹਨੇ ਚੰਗੇ ਕਰਮ ਕੀਤੇ, ਦਾਨ ਪੁੰਨ ਕੀਤੇ, ਉਹ ਲੁੱਟ ਲਏ ਜਾਂਦੇ ਨੇ। ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਤ ਹੀ ਛੂਟੈ। ਇੱਕ ਵਾਹਿਗੁਰੂ ਦਾ ਨਾਮ ਹੈ, ਉਹਨੂੰ ਜਮ ਨਹੀਂ ਲੁੱਟ ਸਕਦਾ। ਇੱਕ ਵਾਹਿਗੁਰੂ ਦੀ ਬੰਦਗੀ ਹੈ, ਨਾਮ ਲੈਤ ਜਮ ਦੂਰੋਂ ਭਾਗੈ। ਦੂਰੋਂ ਹੀ ਭੱਜ ਜਾਂਦਾ। ਨਾਮ ਐਸਾ ਹੈ ਵਾਹਿਗੁਰੂ ਦਾ। ਤੋ ਪਾਤਸ਼ਾਹ ਫਰਮਾਨ ਕਰਦੇ ਨੇ ਮਨੁੱਖ ਨੇ ਜਿੰਨੇ ਮਰਜ਼ੀ ਕਰਮ ਕੀਤੇ ਉਹ ਕਿਸੇ ਵੀ ਇਹਦੇ ਕੰਮ ਨਾ ਆਏ। ਜਿਤ ਦਿਨ ਦੇ ਬਿਨਸਤੀ ਤਿਤ ਵੇਲੇ ਕੈਸਨ ਪ੍ਰੇਤ। ਜਦੋਂ ਇਹ ਸਰੀਰ ਨਾਸ ਹੋਇਆ, ਇਸ ਸਰੀਰ ਵਿੱਚੋਂ ਜਿੰਦ ਨਿਕਲੀ, ਤਾਂ ਜਿਹੜਾ ਪਰਿਵਾਰ ਸੀ, ਸੰਬੰਧੀ ਸਨ, ਜਿਨ੍ਹਾਂ ਵਿੱਚ ਲੱਗ ਕੇ ਰੱਬ ਨੂੰ ਵਿਸਾਰਿਆ, ਉਹ ਸਾਰੇ ਕਹਿੰਦੇ ਪ੍ਰੇਤ। ਪ੍ਰੇਤ ਦਾ ਅਰਥ ਹੈ ਗੁਜ਼ਰ ਜਾਣਾ, ਮਰ ਜਾਣਾ। ਜਦੋਂ ਕੋਈ ਚੜ੍ਹਾਈ ਕਰ ਜੇ, ਸਾਰੇ ਪਾਸੇ ਕਿਸ ਗੱਲ ਦਾ ਫੋਨ ਖੜਕਦਾ ਹੈ ਵੀ ਫਲਾਣਾ ਸਿੰਘ ਗੁਜ਼ਰ ਗਿਆ ਭਾਈ, ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਸਾਰੇ ਰੌਲਾ ਪੈ ਜਾਂਦਾ ਹੈ। ਸਾਰੇ ਕਹਿੰਦੇ ਨੇ ਨਾ ਵੀ ਗੁਜ਼ਰ ਗਿਆ, ਫਲਾਣਾ ਮਰ ਗਿਆ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਣ ਪ੍ਰੇਤ। ਉਸੇ ਵੇਲੇ ਕਹਿਣ ਲੱਗ ਜਾਂਦੇ ਨੇ, ਰੌਲਾ ਪੈ ਜਾਂਦਾ ਸਾਰੇ ਪਾਸੇ, ਫਲਾਣਾ ਚੜ੍ਹਾਈ ਕਰ ਗਿਆ ਹੈ। ਮਹਾਰਾਜ ਕਹਿੰਦੇ ਪਕੜ ਚਲਾਇਨ ਦੂਧ ਜਮ ਕਿਸੇ ਨਾ ਦੇਨੀ ਭੇਤ। ਇਹਨੇ ਰੱਬ ਦੀ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਤਾਂ ਇਹਨੂੰ ਜਮ ਪਕੜ ਲੈਂਦੇ ਨੇ। ਇਹਦੀ ਆਤਮਾ ਹੁਣ ਜਮਾਂ ਦੇ ਵੱਸ ਪੈ ਗਈ। ਅਤੇ ਜਿੰਨੇ ਵੀ ਰਿਸ਼ਤੇਦਾਰ ਕੋਲ ਬੈਠੇ ਸਨ, ਕਿਸੇ ਨੂੰ ਭੇਦ ਨਹੀਂ ਮਿਲਿਆ ਵੀ ਆਤਮਾ ਕਦੋਂ ਸਰੀਰ ਵਿੱਚੋਂ ਨਿਕਲੀ ਹੈ
और ਉਹਦੀ ਅੱਗੇ ਹਾਲਤ ਕੀ ਹੋ ਰਹੀ ਹੈ। ਮਹਾਰਾਜ ਕਹਿੰਦੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਕਿਸੇ ਨੂੰ ਭੇਤ ਹੀ ਨਹੀਂ ਮਿਲਿਆ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਇਆ ਦੁਆਲੇ ਖਿਲਮੈ ਪਿਆ ਪਰਾਇਆ। ਕਿਸੇ ਨੂੰ ਚੇਤਾ ਹੀ ਨਹੀਂ ਆਇਆ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਇਹ ਜੀਵ ਆਤਮਾ ਹੁਣ ਕਿੱਧਰ ਚਲਾ ਗਿਆ ਹੈ। ਛੱਡ ਖੜੋ ਤੇ ਕਿਨੈ ਮਾਏ ਜਿਨ ਤਿਉ ਲੱਗਾ ਹੇਤ। ਸਾਰੇ ਸਰੀਰ ਨੂੰ ਛੱਡ ਕੇ ਪਰਾਂ ਜਾ ਕੇ ਖੜੋਗੇ ਜਿਨ੍ਹਾਂ ਨਾਲ ਬੜਾ ਹਿੱਤ ਸੀ, ਬੜਾ ਪਿਆਰ ਸੀ, ਉਹ ਹੁਣ ਕੋਈ ਇਹਦੇ ਨੇੜੇ ਬੈਠਣ ਨੂੰ ਵੀ ਤਿਆਰ ਨਹੀਂ ਹੈ। ਸਤਿਗੁਰੂ ਦੇਖੋ ਸਾਨੂੰ ਪਰਿਵਾਰ ਨਾਲੋਂ ਸੰਸਾਰ ਨਾਲੋਂ ਤੋੜਦੇ ਨਹੀਂ ਹਨ। ਮਹਾਰਾਜ ਕਹਿੰਦੇ ਪਰਿਵਾਰ ਵਿੱਚ ਰਹਿ, ਸੰਸਾਰ ਵਿੱਚ ਰਹਿ, ਪਰ ਉਹਦੀ ਇੱਕ ਮਰਿਆਦਾ ਹੈ ਕਿ ਤੂੰ ਨਾਲ ਨਾਮ ਵੀ ਜਪਣਾ ਹੈ, ਬੰਦਗੀ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ। ਜੇ ਬੰਦਗੀ ਨਾ ਕੀਤੀ, ਜੇ ਨਾਮ ਨਾ ਜਪਿਆ, ਤਾਂ ਇਹੀ ਪਰਿਵਾਰ ਫਿਰ ਤੇਰੇ ਵਾਸਤੇ ਦੁੱਖ ਰੂਪ ਹੋ ਜਾਵੇਗਾ। ਬਾਣੀ ਵਿੱਚ ਵਚਨ ਆਉਂਦੇ ਨੇ ਪੁੱਤਰ ਕਲੱਤਰ ਗ੍ਰਸਤ ਕੇ ਫਾਸਾ। ਇਹ ਤੇਰੇ ਵਾਸਤੇ ਫਿਰ ਫਾਈ ਦਾ ਕੰਮ ਕਰਨਗੇ। ਜੇਕਰ ਤੂੰ ਰੱਬ ਦੀ ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ, ਆਪਾਂ ਕੋਈ ਪਦਾਰਥ ਛਕਦੇ ਹਾਂ ਨਾ ਗੁਰਮੁਖੋ, ਉਹ ਪਦਾਰਥ ਹੀ ਸਾਡੇ ਵਾਸਤੇ ਬਿਮਾਰੀ ਦਾ ਕਾਰਨ ਬਣ ਗਏ ਜਦੋਂ ਅਸੀਂ ਸਰੀਰਕ ਕੰਮ ਕਰਨਾ ਛੱਡ ਦਿੱਤਾ। ਉਹੀ ਪਦਾਰਥ ਸਾਨੂੰ ਸੁੱਖ ਦੇਵੇਗਾ, ਸਰੀਰ ਨੂੰ ਤੰਦਰੁਸਤੀ ਦੇਵੇਗਾ ਜੇਕਰ ਆਪਾਂ ਉਹ ਪਦਾਰਥ ਛਕ ਕੇ ਮਿਹਨਤ ਕਰਦੇ ਹਾਂ, ਕੰਮ ਧੰਦਾ ਕਰਦੇ ਹਾਂ। ਉਹੀ ਪਦਾਰਥ ਰੋਗ ਦਾ ਕਾਰਨ ਬਣ ਗਿਆ ਜੇਕਰ ਆਪਾਂ ਖਾ ਕੇ ਲੰਮੇ ਪੈ ਰਹਿਣਾ ਹੈ। ਫਿਰ ਕੀ ਹੋਣਾ, ਉਹਦੇ ਤੋਂ ਬਿਮਾਰੀਆਂ ਲੱਗਣੀਆਂ ਨੇ। ਪਦਾਰਥ ਉਹੀ ਹੈ, ਪਦਾਰਥ ਉਹੀ ਹੈ, ਵਸਤੂ ਉਹੀ ਹੈ, ਪਰ ਉਹ ਤੁਹਾਨੂੰ ਰੋਗ ਲਾ ਦੇਵੇਗਾ ਜੇਕਰ ਤੁਸੀਂ ਉਹਨੂੰ ਭੋਗ ਕੇ ਕੋਈ ਕੰਮ ਨਹੀਂ ਕੀਤਾ, ਵਿਹਲੇ ਬੈਠੇ ਰਹੇ। ਭਾਵੇਂ ਸੈਰ ਹੀ ਕਰਨ ਬੰਦਾ ਚਲਾ ਗਿਆ, ਘੁੰਮਦਾ ਫਿਰਦਾ ਹੈ, ਸਰੀਰ ਨੂੰ ਤੋਰੀ ਫੇਰੀ ਰੱਖਿਆ, ਖਾਧਾ ਹੋਇਆ ਅੰਨ ਸ਼ਕਤੀ ਦੇਵੇਗਾ ਭੋਜਨ, ਪਰ ਜੇਕਰ ਉਹੀ ਅੰਨ ਪਦਾਰਥ ਖਾ ਕੇ ਲੰਮਾ ਹੀ ਪੈ ਗਿਆ, ਉਹੀ ਰੋਗ ਦਾ ਕਾਰਨ ਬਣ ਜਾਵੇਗਾ। ਇਹ ਵੈਦਾਂ ਦੇ ਨੁਕਤੇ ਕੱਢੇ ਹੋਏ ਨੇ। ਕਹਿੰਦੇ ਨੇ ਰੋਟੀ ਖਾ ਕੇ ਬੰਦਾ ਕਮ ਸੇ ਕਮ 1000 ਕਦਮ ਚੱਲੇ, 1000 ਕਦਮ, ਉਹ ਬੰਦਾ ਕਦੇ ਬਿਮਾਰ ਨਹੀਂ ਹੋਵੇਗਾ ਰੋਟੀ ਕਰਕੇ। ਜੇਕਰ ਉਹ ਰੋਟੀ ਖਾ ਕੇ ਕੰਮ ਧੰਦਾ ਕਰਦਾ, ਤੁਰਦਾ ਫਿਰਦਾ ਹੈ, ਪਰ ਉਹੀ ਰੋਟੀ ਪਦਾਰਥ ਬਿਮਾਰੀ ਦਾ ਕਾਰਨ ਬਣ ਗਿਆ। ਭੋਗੰਗ ਤਾਂ ਰੋਗੰਗ, ਜੇਕਰ ਖਾ ਕੇ ਕੋਈ ਕੰਮ ਧੰਦਾ ਹੀ ਨਹੀਂ ਕੀਤਾ। ਇਸੇ ਤਰ੍ਹਾਂ ਪਰਿਵਾਰ ਉਹੀ ਹੈ। ਇਹ ਪਰਿਵਾਰ ਸਾਡੇ ਵਾਸਤੇ ਫਾਈ ਦਾ ਕੰਮ ਬਣ ਜਾਏਗਾ ਜੇਕਰ ਅਸੀਂ ਰੱਬ ਦੀ ਬੰਦਗੀ ਨਾ ਕੀਤੀ, ਜੇ ਨਾਮ ਨਾ ਜਪਿਆ। ਇਹ ਪਰਿਵਾਰ ਸਾਨੂੰ ਰੱਬ ਦੇ ਮਿਲਾਨ ਵਿੱਚ ਸਾਡੀ ਮਦਦ ਕਰੇਗਾ ਜੇਕਰ ਆਪਾਂ ਗੁਰੂ ਦੀ ਮੱਤ ਲੈ ਕੇ ਚੱਲਦੇ ਹਾਂ। ਕਿਵੇਂ? ਜਿਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਕਸ਼ਮੀਰ ਨੂੰ ਜਾ ਰਹੇ ਪਰਿਵਾਰ ਦੇ ਸਮੇਤ, ਗੁਜਰਾਤ ਸ਼ਹਿਰ ਪਾਕਿਸਤਾਨ ਦੇ ਵਿੱਚ ਹੈ, ਉੱਥੇ ਇੱਕ ਪੀਰ ਸੀ ਦੌਲੇ ਸ਼ਾਹ। ਉਹ ਪੀਰ ਬਹੰਗਮ ਸੀ, ਉਹਨੇ ਵਿਆਹ ਨਹੀਂ ਸੀ ਕਰਾਇਆ। ਅਤੇ ਜਦੋਂ ਮਹਾਰਾਜ ਗਏ ਤਾਂ ਉਹਨੇ ਸਵਾਲ ਕੀਤਾ ਸੀ ਕਿ ਫਕੀਰ ਹੋ ਕੇ ਤੁਸੀਂ ਵਿਆਹ ਕਰਾਇਆ ਹੋਇਆ ਹੈ, ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਹੋ, ਅਤੇ ਇਹ ਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਹਾਰਾਜ ਜੀ ਨੇ ਗ੍ਰਹਿ ਧਰਮ ਧਾਰਨ ਕੀਤਾ ਹੈ। ਉਹਨੇ ਸਵਾਲ ਕੀਤੇ ਸੀ ਤਾਂ ਮਹਾਰਾਜ ਨੇ ਕਿਹਾ ਸੀ, ਔਰਤ ਈਮਾਨ, ਪੁੱਤ ਨਿਸ਼ਾਨ, ਮਾਇਆ ਦੌਲਤ ਗੁਜਰਾਨ, ਫਕੀਰੀ ਨਾ ਹਿੰਦੂ ਨਾ ਮੁਸਲਮਾਨ। ਬਹੁਤ ਸਾਰੇ ਬਚਨ ਮਹਾਰਾਜ ਨੇ ਉੱਥੇ ਆਖੇ ਕਿ ਜੇ ਮਨੁੱਖ ਗ੍ਰਹਿਸਥ ਧਰਮ ਦੇ ਵਿੱਚ ਹੈ, ਉਹ ਆਪਣੇ ਈਮਾਨ ਧਰਮ ਦੇ ਵਿੱਚ ਰਹਿੰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਸਨ, ਜਿਨ੍ਹਾਂ ਨੇ ਜਦੋਂ ਵਿਆਹ ਨਾ ਕਰਾਇਆ, ਐਸਾ ਸਮਾਂ ਆ ਗਿਆ ਉਹ ਡੋਲ ਗਿਆ ਆਪਣੇ ਧਰਮ ਤੋਂ। ਇਸੇ ਤਰ੍ਹਾਂ ਧੀਆਂ ਪੁੱਤਰ ਪਰਿਵਾਰ
ਇਹ ਵੀ ਸਾਨੂੰ ਸਪੋਰਟ ਕਰਦੇ ਨੇ। ਮਨੁੱਖ ਦਾ ਮਨ ਹੋਰ ਪਾਸੇ ਨਹੀਂ ਭਟਕਦਾ। ਇੱਕ ਪਰਿਵਾਰ ਦੀ ਮਰਿਆਦਾ ਸਾਡੇ ਮਨ ਦੇ ਉੱਪਰ ਅਸਰ ਕਰਦੀ ਹੈ। ਤੇ ਦੌਲਤ ਵੀ ਚਾਹੀਦੀ, ਮਾਇਆ ਵੀ ਚਾਹੀਦੀ। ਮਹਾਰਾਜ ਕਹਿੰਦੇ ਉਹਦੇ ਬਿਨਾਂ ਵੀ ਕਾਰਜ ਨਹੀਂ ਦੁਨੀਆ ਦਾ ਕੋਈ ਚੱਲਦਾ। ਦੌਲਤ ਸ਼ਾਹ ਪੀਰ ਨੂੰ ਮਹਾਰਾਜ ਜੀ ਨੇ ਸਮਝਾਇਆ ਇਸ ਤਰ੍ਹਾਂ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਸਾਰੇ ਧਰਮਾਂ ਨਾਲੋਂ ਗ੍ਰਸਥ ਧਰਮ ਸਭ ਨਾਲੋਂ ਸ੍ਰੇਸ਼ਟ ਹੈ। ਕਿਉਂਕਿ ਮਨੁੱਖ ਦਾ ਮਨ ਫਿਰ ਵਿਕਾਰਾਂ ਵਿੱਚ ਨਹੀਂ ਜਾਂਦਾ, ਭਟਕਦਾ ਨਹੀਂ ਹੈ, ਖੁਆਰ ਨਹੀਂ ਹੁੰਦਾ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਪਰਿਵਾਰ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਪਹਿਲਾਂ ਕਹਿਤਾ ਜਿਹੜਾ ਪਰਿਵਾਰ ਹੈ ਉਹ ਫਾਈ ਦਾ ਕੰਮ ਹੈ, ਪਰ ਜੇਕਰ ਤੂੰ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਵੇਂ, ਸਤਿਗੁਰੂ ਦੀ ਵਡਿਆਈ ਐਸੀ ਹੈ, ਇਹ ਪਰਿਵਾਰ ਤੈਨੂੰ ਰੱਬ ਦੇ ਮਿਲਾਨ ਵਿੱਚ ਤੇਰਾ ਸਹਿਯੋਗੀ ਹੋ ਜਾਵੇਗਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਪਰਿਵਾਰ ਵਿੱਚ ਰਹਿੰਦਿਆਂ ਹੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਰਦਾ ਰਹੇਗਾ ਤੇ ਬਿਜੀ ਵੀ ਰਹੇਗਾ, ਕਿਉਂਕਿ ਦਿਮਾਗ ਫਿਰ ਹੋਰ ਪਾਸੇ ਨਹੀਂ ਲੱਗਦਾ। ਜਦੋਂ ਬੰਦਾ ਉਹਦੇ ਕੋਈ ਜ਼ਿੰਮੇਵਾਰੀ ਨਹੀਂ ਹੈ, ਉਹਦਾ ਦਿਮਾਗ ਫਿਰ ਉਹਨੇ ਮਾੜਾ ਹੀ ਸੋਚੀ ਜਾਣਾ ਬੈਠਾ, ਜਾਂ ਕੁਝ ਨਾ ਕੁਝ ਸੋਚੀ ਜਾਣਾ ਹੈ। ਜਦੋਂ ਪਰਿਵਾਰਕ ਜ਼ਿੰਮੇਵਾਰੀ ਨੇ, ਆਪਾਂ ਨੂੰ ਪਤਾ ਆਪਾਂ ਬੱਚਿਆਂ ਨੂੰ ਪੜ੍ਹਾਉਣਾ ਵੀ ਹੈ, ਲਿਖਾਉਣਾ ਵੀ ਹੈ, ਵਿਆਹਣਾ ਵੀ ਹੈ, ਇਹ ਵੀ ਕਰਨਾ, ਉਹ ਵੀ ਕਰਨਾ ਹੈ, ਨਾਲ ਆਪਣੀ ਬੰਦਗੀ ਕਰੀ ਚੱਲੋ, ਮਨ ਹੋਰ ਪਾਸੇ ਜਾਵੇਗਾ ਨਹੀਂ। ਪਰ ਜਦੋਂ ਕੋਈ ਜ਼ਿੰਮੇਵਾਰੀ ਨਹੀਂ ਹੈ, ਫਿਰ ਉਹ ਵਿਕਾਰੀ ਹੋ ਜਾਂਦਾ ਹੈ। ਬੜੇ ਬੜੇ ਰਿਸ਼ੀ ਮੁਨੀ ਇਸ ਤਰ੍ਹਾਂ ਵਿਕਾਰੀ ਹੋ ਕੇ ਆਪਣੇ ਧਰਮ ਤੋਂ ਗ੍ਰਾਹੇਮਾਨ ਹੋ ਗਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇਕਰ ਤੂੰ ਗੁਰੂ ਦੀ ਮੱਤ ਤੋਂ ਬਿਨਾਂ ਰਹੇਗਾ ਤਾਂ ਇਹ ਪਰਿਵਾਰ ਤੇਰੇ ਵਾਸਤੇ ਨਰਕ ਦਾ ਕੰਮ ਕਰੇਗਾ, ਫਾਹੀ ਦਾ ਕੰਮ ਕਰੇਗਾ। ਛੱਡ ਖੜੋ ਤੇ ਕਿਨੇ ਮਾਏ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਜਦੋਂ ਮਨੁੱਖ ਦੀ ਜਿੰਦ ਨਿਕਲਦੀ ਹੈ, ਇਹਦੇ ਹੱਥ ਮਰੋੜਦੇ ਆਉਂਦੇ ਹਨ। ਸਰੀਰ ਨੂੰ ਇੱਕ ਬਹੁਤ ਭਾਰੀ ਤਕਲੀਫ ਹੁੰਦੀ ਹੈ, ਦਰਦ ਹੁੰਦਾ ਹੈ, ਤਨ ਕੰਬਦਾ ਹੈ, ਰੰਗ ਕਾਲਾ ਕਦੇ ਚਿੱਟਾ ਹੋ ਗਿਆ, ਰੰਗ ਬਦਲਦਾ ਹੈ ਸਰੀਰ ਦਾ। ਕਈ ਵਾਰ ਵੇਖੋ ਤੁਸੀਂ, ਮਨੁੱਖ ਕੋਈ ਐਸਾ ਸਮਾਂ ਜਦੋਂ ਆਉਂਦਾ ਹੈ, ਮਨੁੱਖ ਦਾ ਚਿਹਰਾ ਨਾ ਬੜਾ ਨੂਰ ਜਿਹਾ ਆ ਜਾਂਦਾ। ਅਤੇ ਕਈ ਵਾਰ ਲੋਕ ਕਹਿੰਦੇ ਇਹਨੂੰ ਮਰਨ ਮਿੱਟੀ ਚੜ੍ਹੀ ਸੀ। ਜਦੋਂ ਬੰਦਾ ਮਰ ਜੇ ਨਾ, ਉਹ ਇੱਕ ਦੋ ਦਿਨ ਪਹਿਲਾਂ ਕਿਸੇ ਨੇ ਵੇਖਿਆ ਹੁੰਦਾ, ਚਿਹਰੇ 'ਤੇ ਬੜਾ ਨੂਰ ਸੀ। ਕਹਿੰਦੇ ਕੱਲ੍ਹ ਹੀ ਮੈਨੂੰ ਮਿਲਿਆ, ਇਹਦੇ ਚਿਹਰੇ 'ਤੇ ਬੜਾ ਨੂਰ, ਇੱਦਾਂ ਲੱਗਦਾ ਜਿਵੇਂ ਮਰਨ ਮਿੱਟੀ ਚੜ੍ਹੀ ਹੋਈ ਸੀ। ਰੰਗ ਸਰੀਰ ਦਾ ਚੇਂਜ ਹੋ ਜਾਂਦਾ ਹੈ, ਤਬਦੀਲ ਹੁੰਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹ ਸਰੀਰ ਇੱਕ ਖੇਤ ਤੈਨੂੰ ਮਿਲਿਆ ਹੈ, ਇਹਦੇ ਵਿੱਚ ਜੋ ਵੀ ਬੀਜੇਗਾ ਉਹੀ ਤੈਨੂੰ ਵੱਢਣਾ ਪਵੇਗਾ। ਖੇਤ ਦੇ ਵਿੱਚ ਜੋ ਬੀਜੇਗਾ ਉਹ ਪ੍ਰਾਪਤ ਹੋਵੇਗਾ। ਬਾਬਾ ਫਰੀਦ ਜੀ ਕਹਿਣ ਲੱਗੇ, ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਰੋੜੈ ਪੱਟ। ਕਹਿੰਦੇ ਕਿੱਕਰਾਂ ਦੇ ਬੀਜ ਕੇ ਬਜੌਰ ਇਲਾਕੇ ਦੀਆਂ ਦਾਖਾਂ ਦੀ ਇੱਛਾ ਨਾ ਰੱਖੀ ਜੇ, ਭਾਵ ਮਾੜੇ ਕਰਮ ਬੀਜ ਕੇ ਚੰਗੇ ਕਰਮਾਂ ਦੇ ਫਲ ਦੀ ਇੱਛਾ ਨਾ ਰੱਖੀ। ਕਹਿੰਦੇ ਜਿਵੇਂ ਕੋਈ ਜ਼ਿਮੀਂਦਾਰ ਕਪਾਹ ਦੇ ਖੇਤ ਵੇਚ ਕੇ ਤੇ ਰੇਸ਼ਮ ਦੇ ਕੱਪੜੇ ਦੀ ਇੱਛਾ ਰੱਖੇ, ਉਹ ਨਹੀਂ ਪ੍ਰਾਪਤ ਹੋ ਸਕਦਾ। ਜੋ ਬੀਜਿਆ ਉਹੀ ਪ੍ਰਾਪਤ ਹੋਵੇਗਾ। ਤੂੰ ਬੀਜ ਸਕਦਾ ਹੈ ਜੋ ਮਰਜ਼ੀ, ਇਹ ਤੇਰੀ ਮਰਜ਼ੀ ਹੈ, ਤੇਰਾ ਆਪਣਾ ਖੇਤ ਹੈ, ਜੋ ਮਰਜ਼ੀ ਬੀਜ ਲੈ, ਸਰਕਾਰ ਨੂੰ ਕੀ ਇਤਰਾਜ਼ ਹੈ, ਪਰ ਉਹਦਾ ਫਲ ਤੈਨੂੰ ਹੀ ਪ੍ਰਾਪਤ ਹੋਵੇਗਾ। ਇਹ ਸਰੀਰ ਖੇਤ ਤੇਰਾ ਹੈ, ਜੋ ਮਰਜ਼ੀ ਬੀਜ ਲੈ, ਗੁਰੂ ਨੂੰ ਰੱਬ ਨੂੰ ਕੋਈ ਇਤਰਾਜ਼ ਨਹੀਂ, ਉਹਨੇ ਤੈਨੂੰ ਦੇ ਦਿੱਤਾ, ਲੈ ਵੀ ਤੂੰ ਜੋ ਮਰਜ਼ੀ ਬੀਜ ਲੈ, ਪਰ ਜੋ ਬੀਜੇਗਾ ਉਹ ਫਲ ਪ੍ਰਾਪਤ ਹੋਵੇਗਾ। ਇਹ ਕਰਮਾਂ ਦੀ ਖੇਤੀ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਤਾਂ ਹੀ ਤੇ ਮਹਾਰਾਜ ਕਰਮਾਂ ਦੀ ਫਿਲਾਸਫੀ ਗੁਰਬਾਣੀ ਵਿੱਚ ਬਹੁਤ ਡੂੰਘੀ ਦੱਸੀ ਹੈ। ਪਾਤਸ਼ਾਹ ਕਹਿੰਦੇ ਕਰਮ ਹੀ ਹਨ ਜਿਹੜੇ ਮਨੁੱਖ ਨੂੰ ਰੱਬ ਦੇ ਨੇੜੇ ਲੈ ਜਾਂਦੇ ਨੇ, ਕਰਮ ਹੀ ਹਨ ਜਿਹੜੇ ਰੱਬ ਤੋਂ ਦੂਰ ਵੀ ਲੈ ਜਾਂਦੇ ਨੇ। ਇਹਨੂੰ ਆਪਾਂ ਸਿੱਧੇ ਲਫ਼ਜ਼ਾਂ ਵਿੱਚ ਸਮਝ ਲਈਏ
ਜਿਵੇਂ ਆਪਾਂ ਕੁਝ ਇਸ ਤਰ੍ਹਾਂ ਦੇ ਕਰਮ ਕਰਨ ਲੱਗ ਜਾਈਏ ਕਿ ਸਾਡੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ। ਬੰਦਾ ਜੂਆ ਖੇਡਣ ਲੱਗ ਜਾਵੇ, ਸ਼ਰਾਬ ਪੀਣ ਲੱਗ ਜਾਵੇ, ਮਾੜੇ ਕਰਮ ਕਰਨ ਲੱਗ ਜਾਵੇ, ਘਰ ਵਾਲੀ ਛੱਡ ਕੇ ਚਲੀ ਜਾਂਦੀ ਹੈ, ਬੱਚੇ ਛੱਡ ਕੇ ਚਲੇ ਜਾਂਦੇ ਨੇ, ਮਾਂ ਪਿਓ ਛੱਡ ਦਿੰਦਾ ਹੈ। ਬਲਕਿ ਅਖਬਾਰਾਂ ਵਿੱਚ ਰੋਜ਼ ਕੋਈ ਨਾ ਕੋਈ ਇਸ਼ਤਿਹਾਰ ਆਏ ਰਹਿੰਦੇ ਨੇ, ਅਸੀਂ ਆਪਣੇ ਇਸ ਪੁੱਤਰ ਨੂੰ ਇਹਨੂੰ ਬੇਦਖਲ ਕਰਦੇ ਹਾਂ ਆਪਣੀ ਜਾਇਦਾਦ ਤੋਂ, ਕਿਉਂਕਿ ਸਾਡੇ ਕਹਿਣੇ ਵਿੱਚ ਨਹੀਂ ਰਿਹਾ। ਤੇ ਕੋਈ ਉਹਨਾਂ ਨੂੰ ਪੁੱਛੇ ਤਾਂ ਤੁਹਾਡਾ ਬੱਚਾ ਆਪਣਾ ਹੈ, ਆਪਣਾ ਖੂਨ ਹੈ, ਇੰਨਾ ਸਗਾ ਨੇੜੇ ਦਾ ਰਿਸ਼ਤਾ ਕਿਉਂ ਛੱਡ ਰਹੇ ਹੋ? ਉਹ ਕਹਿੰਦੇ ਕੀ ਕਰੀਏ, ਸਾਨੂੰ ਇਹਨੇ ਦੁੱਖਾਂ ਦੇ ਵਿੱਚ ਸਾੜ ਛੱਡਿਆ ਹੈ, ਸਾਨੂੰ ਮਾੜੇ ਲਾਂਭੇ ਆਉਂਦੇ ਨੇ ਦੇ, ਇਹ ਹਰ ਸਮੇਂ ਮਾੜੇ ਪਾਸੇ ਤੁਰਿਆ ਰਹਿੰਦਾ ਹੈ, ਅਸੀਂ ਇਸ ਤੋਂ ਕੀ ਲੈਣਾ ਹੈ? ਕਰਮ ਐਸੇ ਕੀਤੇ ਪਰਿਵਾਰ ਵੀ ਸਾਥ ਛੱਡ ਗਿਆ। ਕਰਮ ਐਸੇ ਕੀਤੇ ਇਹਦੇ ਪਰਿਵਾਰ ਨੇ ਤਾਂ ਸਾਥ ਦੇਣਾ ਸੀ, ਸਾਰਾ ਨਗਰ ਸਾਰਾ ਸ਼ਹਿਰ ਵੀ ਇਹਦੇ ਨਾਲ ਸਪੋਰਟ ਵਿੱਚ ਖੜ ਗਿਆ। ਬੰਦਾ ਚੰਗੇ ਕਰਮ ਕਰਦਾ ਹੈ, ਹਾਲਾਂਕਿ ਸ਼ਹਿਰ ਵਾਲਿਆਂ ਨੂੰ ਉਦੋਂ ਤੋਂ ਕੋਈ ਲਾਭ ਤਾਂ ਨਹੀਂ ਸੀ, ਪਰ ਉਹ ਕਹਿੰਦੇ ਨਹੀਂ ਇਸ ਬੰਦੇ ਦਾ ਸਾਥ ਦੇਣਾ, ਬੰਦਾ ਚੰਗਾ ਬੜਾ ਚੰਗੇ ਕਰਮ ਕਰਦਾ ਹੈ, ਸਪੋਰਟ ਵਿੱਚ ਆ ਗਏ ਉਹਦੀ ਵਿੱਚ। ਕਰਮ ਜਿਹੜੇ ਨੇ ਉਹ ਮਹਾਰਾਜ ਤਾਂ ਹੀ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਤਰ੍ਹਾਂ ਦੇ ਕਰਮ ਕਰ ਰੱਬ ਦੇ ਨੇੜੇ ਹੋ ਜਾਵੇਂ। ਅੰਮ੍ਰਿਤ ਵੇਲੇ ਉੱਠ ਬਾਣੀ ਪੜ੍ਹ, ਨਾਮ ਜਪ, ਬੰਦਗੀ ਕਰ, ਗੁਰੂ ਘਰ ਵਿੱਚ ਆ, ਸੰਗਤ ਵਿੱਚ ਆ ਕੇ ਬੈਠ। ਜਿਵੇਂ ਜਿਵੇਂ ਆਪਾਂ ਇਹ ਕਰਮ ਕਰਦੇ ਜਾਵਾਂਗੇ ਰੱਬ ਦੇ ਨੇੜੇ ਹੁੰਦੇ ਜਾਵਾਂਗੇ, ਤੇ ਮਾੜੇ ਕਰਮ ਕਰਦੇ ਜਾਵਾਂਗੇ ਰੱਬ ਤੋਂ ਦੂਰ ਹੁੰਦੇ ਜਾਵਾਂਗੇ। ਤੋ ਪਾਤਸ਼ਾਹ ਜੀ ਕਹਿੰਦੇ ਕਰਮਾਂ ਦਾ ਖੇਤ ਪ੍ਰਾਪਤ ਹੋਇਆ ਹੈ, ਇਹ ਤੇਰੀ ਮਰਜ਼ੀ ਹੈ, ਜੋ ਬੀਜਣਾ ਬੀਜ ਲੈ, ਉਹੀ ਵੱਢਣਾ ਪਏਗਾ। ਬਾਬਾ ਫਰੀਦ ਜੀ ਤਾਂ ਹੀ ਕਹਿੰਦੇ ਫਰੀਦਾ ਜਿਹਨੀ ਕਮੀ ਨਾਏ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵਈ, ਸਾਈਂ ਦੇ ਦਰਬਾਰ। ਉਹ ਕਰਮ ਨਾ ਕਰ, ਮਾਲਕ ਦੇ ਦਰਬਾਰ ਵਿੱਚ ਸ਼ਰਮਸ਼ਾਰ ਹੋਣਾ ਪਵੇ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਰੱਬ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ। ਪਰ ਇਹ ਪ੍ਰਾਪਤ ਕਿਵੇਂ ਹੁੰਦਾ ਹੈ? ਸੇ ਭਾਦੋਇ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਦੀ ਸ਼ਰਨ ਵਿੱਚ ਜਾਣਾ ਕਿਵੇਂ ਹੈ? ਵਾਹਿਗੁਰੂ ਦੇ ਚਰਨਾਂ ਰੂਪੀ ਜਹਾਜ਼ 'ਤੇ ਸਵਾਰ ਕਿਵੇਂ ਹੋਣਾ ਸਾਡੀ ਆਤਮਾ ਨੇ? ਉਹ ਕੇਵਲ ਗੁਰੂ ਜਿਹੜਾ ਮਲਾਹ ਹੈ ਉਹੀ ਕਰ ਸਕਦਾ ਹੈ। ਗੁਰੂ ਦੀ ਮੱਤ ਲੈ ਕੇ ਹੀ ਆਪਾਂ ਪਰਮਾਤਮਾ ਦੀ ਸ਼ਰਨ ਵਿੱਚ ਜਾ ਸਕਦੇ ਹਾਂ। ਸਾਨੂੰ ਨਹੀਂ ਪਤਾ ਰੱਬ ਦੀ ਸ਼ਰਨ ਵਿੱਚ ਕਿਵੇਂ ਜਾਣਾ ਹੈ, ਗੁਰੂ ਦੱਸਦਾ ਹੈ। ਟੀਚਰ ਦੱਸਦਾ ਬੱਚੇ ਨੂੰ ਤੂੰ ਜੱਜ ਕਿਵੇਂ ਬਣੇਗਾ। ਸਕੂਲਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਟੀਚਰ ਪ੍ਰੋਫੈਸਰ ਉਹ ਦੱਸਦੇ ਨੇ ਤੂੰ ਕਿਵੇਂ ਵਕੀਲ ਬਣੇਗਾ, ਕਿਵੇਂ ਤੂੰ ਡਾਕਟਰ ਬਣੇਗਾ। ਉਹ ਸਾਰੀ ਪੜ੍ਹਾਈ ਕਰਾਉਂਦੇ ਨੇ ਨਾ, ਕਿ ਸਿੱਧਾ ਕੋਈ ਜਾ ਕੇ ਡਾਕਟਰ ਬਣ ਜਾਂਦਾ ਹੈ, ਕਿ ਆਪਣੇ ਆਪ ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਆਪਣੇ ਆਪ ਤਾਂ ਨਹੀਂ ਨਾ ਬਣਦਾ। ਟੀਚਰ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਉਹ ਸਮਝਾਉਂਦੇ ਨੇ ਤੂੰ ਕਿਵੇਂ ਟੀਚਰ ਬਣ ਸਕਦਾ, ਪ੍ਰੋਫੈਸਰ ਬਣ ਸਕਦਾ, ਇੰਜੀਨੀਅਰ ਬਣ ਸਕਦਾ, ਦੱਸਦੇ ਨੇ ਨਾ। ਅਤੇ ਜਿਹੜਾ ਬੱਚਾ ਉਹਨਾਂ ਦੀ ਗੱਲ ਨੂੰ ਮੰਨੀ ਜਾਂਦਾ ਹੈ ਟੀਚਰਾਂ ਦੀ ਨੂੰ, ਇੱਕ ਦਿਨ ਉਹ ਬੱਚਾ ਕੋਈ ਰੁਤਬਾ ਹਾਸਲ ਕਰ ਲੈਂਦਾ ਹੈ। ਇਸੇ ਤਰ੍ਹਾਂ ਸਾਨੂੰ ਗੁਰੂ ਦੱਸਦਾ ਵੀ ਰੱਬ ਦੀ ਸ਼ਰਨ ਵਿੱਚ ਕਿਵੇਂ ਜਾਣਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਸ। ਉਸ ਨਾਮ ਰੂਪੀ ਜਹਾਜ਼ 'ਤੇ ਸਾਡੀ ਆਤਮਾ ਨੇ ਕਿਵੇਂ ਸਵਾਰ ਹੋਣਾ ਹੈ, ਕਿਵੇਂ ਆਤਮਾ ਨੇ ਪਰਮਾਤਮਾ ਨਾਲ ਜੁੜਨਾ ਹੈ, ਗੁਰੂ ਦੱਸਦਾ ਹੈ। ਤਾਂ ਬਾਣੀ ਵਿੱਚੋਂ ਮਹਾਰਾਜ ਜੀ ਨੇ ਸਾਨੂੰ ਪ੍ਰਥਮ ਸਾਰੀ ਮਰਿਆਦਾ ਦੱਸ ਦਿੱਤੀ ਹੈ। ਪਹਿਲਾਂ ਮਹਾਰਾਜ ਨੇ ਇਹੀ ਆਖਿਆ ਵੀ ਤੂੰ ਸ਼ੁਰੂਆਤ ਇੱਥੋਂ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉਠਿਆ ਕਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ। ਇਹ ਆਪਣੀ ਸ਼ੁਰੂਆਤ ਹੈ, ਪ੍ਰਾਇਮਰੀ ਸਕੂਲ ਦੀ ਜਿਹੜੀ ਸ਼ੁਰੂਆਤ ਦੀ ਵਿੱਦਿਆ ਹੈ ਨਾ। ਅਤੇ ਆਪਣੇ ਵਿੱਚੋਂ ਆਪਾਂ ਅਜੇ ਕਿੰਨਿਆਂ ਦਾ ਦਾਖਲਾ ਹੋ ਗਿਆ ਜਿਹੜੇ ਪ੍ਰਾਇਮਰੀ ਦੇ ਹੋ ਗਏ ਆ। ਅਜੇ ਹਾਈ ਵਿੱਚ ਤਾਂ ਜਾਣਾ ਦੂਰ ਦੀ ਗੱਲ ਹੈ, ਅਜੇ ਤਾਂ ਪ੍ਰਾਇਮਰੀ ਵਿੱਚ ਹੀ ਨਹੀਂ ਆਪਣਾ ਦਾਖਲਾ ਹੀ ਨਹੀਂ ਹੋਇਆ। ਹਜੇ ਤਾਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੀ ਨਹੀਂ ਸ਼ੁਰੂ ਕੀਤਾ।
ਤੇ ਕਿਵੇਂ ਗੱਲ ਬਣੇਗੀ? ਮਹਾਰਾਜ ਕਹਿੰਦੇ ਨਾਨਕ ਪ੍ਰਭ ਸਰਨਾਗਤੀ ਚਰਨ ਪੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਭਾਈ ਉਹ ਨਰਕਾਂ ਵਿੱਚ ਨਹੀਂ ਪਾਏ ਜਾਣਗੇ ਜਿਨ੍ਹਾਂ ਦਾ ਹੇਤੂ ਗੁਰੂ ਹੋ ਗਿਆ। ਗੁਰੂ ਕਿਹਨਾਂ ਨਾਲ ਹੇਤ ਕਰਦਾ? ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ। ਸਿੱਧੀ ਦੀ ਗੱਲ ਹੈ, ਜਿਹੜਾ ਆਪਾਂ ਨੂੰ ਪਿਆਰ ਨਾਲ ਬੁਲਾਵੇਗਾ ਆਪਾਂ ਵੀ ਉਹਨੂੰ ਪਿਆਰ ਨਾਲ ਬੁਲਾਉਂਦੇ ਹਾਂ। ਜੇ ਆਪਾਂ ਗੁਰੂ ਨਾਲ ਪਿਆਰ ਕਰਾਂਗੇ ਗੁਰੂ ਤਾਂ ਹੀ ਸਾਡੇ 'ਤੇ ਬਖਸ਼ਿਸ਼ ਕਰੇਗਾ, ਰਹਿਮਤ ਕਰੇਗਾ। ਸੋ ਸਾਧ ਸੰਗਤ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਔਰ ਜੋ ਸਾਨੂੰ ਅੰਮ੍ਰਿਤ ਵੇਲੇ ਦਾ ਸਤਿਗੁਰੂ ਦਾ ਹੁਕਮ ਹੈ, ਫਿਰ ਸਾਰੇ ਦਿਨ ਦੀ ਕਿਰਿਆ ਦਾ ਵੀ ਹੁਕਮ ਹੈ। ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ। ਸਾਰੀ ਮਰਿਆਦਾ ਦੱਸੀ ਮਹਾਰਾਜ ਨੇ ਸਿੱਖ ਨੇ ਕਿਵੇਂ ਜੀਵਣਾ ਹੈ। ਸਤਿਗੁਰੂ ਮੈਂ ਰਾਮਤ ਕਰਨ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ